ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ। ਸਿਮਰੰ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਨਿਕਟ ਨਿਕਟ ਜੇ ਗ੍ਰਾਮ ਹੈ, ਸਭਨ ਸੁਣੇ ਸੁਧ ਕਾਨ। ਮੰਗਤ ਗਣ ਸੰਗਤ ਤਬਹਿ, ਦੇਤ ਬਧਾਈ ਆਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਨਿਕਟ ਨਿਕਟ ਜੇ ਗ੍ਰਾਮ ਹੈ, ਸਭਨ ਸੁਣੀ ਸੁਧ ਕਾਨ। ਮੰਗਤ ਗਣ ਸੰਗਤ ਤਬਹਿ, ਦੇਤ ਬਧਾਈ ਆਨ। ਕਵਿਰਾਜ ਕਵੀ ਸੰਤੋਖ ਸਿੰਘ ਜੱਗੇ ਤੀਸਰੀ ਰਾਸ ਦਾ ਅਧਿਆਇ ਨੰਬਰ 6ਵਾਂ ਸ਼ੁਰੂ ਕਰਦਿਆਂ ਹੋਏ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਅਧਿਆਇ 'ਚ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੇ ਬਡਾਲੀ ਵਿਖੇ ਪ੍ਰਕਾਸ਼ ਹੋਇਆ ਹੈ। ਸਮੂਹ ਸੰਗਤਾਂ ਨੇ ਆ ਕੇ ਵਧਾਈ ਦਿੱਤੀ ਹੈ ਔਰ ਉੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵੀ ਆਏ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕਰਕੇ ਨਮਸਕਾਰ ਕੀਤੀ ਔਰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਕਿ ਗੁਰੂ ਕੇ ਇਸ ਪੀੜ੍ਹੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ, ਬਹੁਤ ਵਧਾਉਣਗੇ। ਇਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਗੇ, ਮੇਰੀ ਤੇ ਪੀਰੀ ਦੇ ਮਾਲਕ ਬਣਨਗੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਖਬਰ ਨੇੜੇ ਨੇੜੇ ਜਿੰਨੇ ਪਿੰਡ ਸਨ ਗੁਰੂ ਕੀ ਵਡਾਲੀ ਕੇ, ਸਾਰਿਆਂ ਤੱਕ ਪਹੁੰਚੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਉਹਨਾਂ ਦੇ ਸਾਹਿਬਜ਼ਾਦੇ ਆਏ ਨੇ ਔਰ ਜਿਵੇਂ ਜਿਵੇਂ ਖਬਰ ਪਿੰਡਾਂ ਦੇ ਵਿੱਚ ਪਹੁੰਚਦੀ ਗਈ, ਬਹੁਤ ਸਾਰੇ ਲੋਕ ਨੇ ਜਿਹੜੇ ਮੰਗਣ ਵਾਲੇ ਨੇ, ਉਹ ਵੀ ਆਸ ਲੈ ਕੇ ਆਏ ਨੇ ਕਿ ਘਰ ਵੱਡਾ ਹੈ, ਗੁਰੂ ਵੱਡਾ ਹੈ, ਇੱਥੋਂ ਬਹੁਤ ਕੁਛ ਮਿਲੇਗਾ। ਔਰ ਉੱਥੇ ਸਿੱਖ ਸੰਗਤਾਂ ਵੀ ਸਤਿਗੁਰੂ ਜੀ ਨੂੰ ਵਧਾਈ ਦੇਣ ਵਾਸਤੇ ਦੂਰ ਦੂਰ ਪਿੰਡਾਂ ਦੇ ਵਿੱਚੋਂ ਚੱਲ ਕੇ ਆਈਆਂ ਨੇ, ਵਡਾਲੀ ਦੇ ਵਿੱਚ ਪਹੁੰਚਦੀਆਂ ਨੇ। ਸਵਈਆ ਛੰਦ ਜਾਚੇ ਜੀਜ ਗਾਏ ਸੁਖ ਰਾਚੇ, ਜਾਚੇ ਧਨ ਮਾਚੇ ਨਿਜ ਖੇਲ। ਜਿਹੜੇ ਆਮ ਤੌਰ 'ਤੇ ਮੰਗਣ ਵਾਲੇ ਹੁੰਦੇ ਸਨ, ਜਿਨ੍ਹਾਂ ਵਾਸਤੇ ਸ਼ਬਦ ਖੁਸਰੇ ਵਰਤਿਆ ਜਾਂਦਾ ਸੀ ਕਿ ਨਾ ਉਹ ਮਰਦ ਨੇ ਨਾ ਇਸਤਰੀਆਂ ਨੇ, ਰੱਬ ਨੇ ਬਣਤਰ ਐਸੀ ਬਣਾਈ ਹੈ। ਉਹ ਆ ਕੇ ਨਾਲੇ ਗਾਉਂਦੇ ਨੇ ਤੇ ਨਾਲੇ ਸਤਿਗੁਰੂ ਨੂੰ ਵਧਾਈ ਦੇ ਕੇ ਮੰਗਦੇ ਨੇ ਕਿ ਸਤਿਗੁਰੂ ਜੀ ਕੋਈ ਧਨ ਆਦ ਸਾਡੀ ਝੋਲੀ ਵਿੱਚ ਵੀ ਪਾਓ। ਢੋਲਕ ਢਲਕਾ ਘੁੰਗਰੂ ਤਾਲੀ ਤਾਲ ਮਿਲਾਏ, ਭਵਾਲੀ ਮੇਲ। ਔਰ ਆ ਕੇ ਨਾਲੇ ਢੋਲਕ ਟੱਲੀਆਂ ਘੁੰਗਰੂ ਤਾਲ
ਇਹ ਮਿਲਾ ਕੇ ਵਜਾਉਂਦੇ ਨੇ, ਨਾਲ ਗਿੱਧਾ ਪਾਉਂਦੇ ਨੇ, ਨਾਲ ਨੱਚਦੇ ਨੇ, ਪੁਆਠੜੀਆਂ ਲੈਂਦੇ ਨੇ। ਹਾਥਣ ਭਾਵ ਉਸਾਰਤ ਇਸ਼ਾਰਤ, ਵਾਰਤ ਵੱਥ ਡਾਰਤ ਬਹੁ ਬੇਲ। ਔਰ ਜਿਵੇਂ ਉਹ ਮੰਗਣ ਲੱਗੇ ਫਿਰ ਕਰਦੇ ਨੇ, ਉਸ ਤਰ੍ਹਾਂ ਹੱਥ ਵੀ ਉੱਚਾ ਕਰਦੇ ਨੇ, ਇਸ਼ਾਰੇ ਵੀ ਕਰਦੇ ਨੇ, ਵਧਾਈਆਂ ਵੀ ਦਿੰਦੇ ਨੇ। ਔਰ ਕੱਲੇ ਕੱਲੇ ਤੋਂ ਧੰਨ ਵੀ ਮੰਗਦੇ ਨੇ, ਭਾਈ ਤੂੰ ਵੀ ਗੁਰੂ ਕਾ ਸਿੱਖ ਹੈ, ਸਤਿਗੁਰੂ ਜੀ ਤੁਸੀਂ ਵੀ ਦਿਓ, ਮਾਤਾ ਜੀ ਤੁਸੀਂ ਵੀ ਦਿਓ। ਬੈਠਤ ਕਬਹੂ ਅਮੈਠਣ ਅੰਗਣ, ਪਹੋ ਅਮੈਠਤ ਬੈਠਤ ਪੇਲ। ਉਹ ਮੰਗਣ ਵਾਲੇ ਕਿਤੇ ਪੁਆਟਲੀਆਂ ਲੈਂਦੇ ਨੇ, ਨੱਚਦੇ ਨੇ, ਕਦੇ ਬੈਠ ਜਾਂਦੇ ਨੇ, ਕਦੇ ਅਸੀਸਾਂ ਦਿੰਦੇ ਨੇ, ਫਿਰ ਦੂਸਰਿਆਂ ਤੋਂ ਜਾ ਕੇ ਮੰਗਦੇ ਨੇ। ਹੋਤ ਪ੍ਰਸੰਨ ਹੇਰ ਗੁਰ ਅਰਜਨ, ਮਨ ਬਾਂਛਤ ਧਨ ਪਾਏ ਸੋ ਜਾਏ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤੇ ਹਰ ਵੇਲੇ ਪ੍ਰਸੰਨ ਰਹਿੰਦੇ ਨੇ, ਹਰ ਵੇਲੇ ਦਇਆ ਦੇ ਘਰ ਵਿੱਚ ਰਹਿੰਦੇ ਨੇ। ਇੱਥੇ ਤੇ ਕਿਸੇ ਵੀ ਵੇਲੇ ਆ ਕੇ ਕੋਈ ਵੀ ਮੰਗੇ ਤੇ ਖਾਲੀ ਨਹੀਂ ਜਾਂਦਾ। ਹੁਣ ਤੇ ਫਿਰ ਘਰ ਹੀ ਜਿਹੜਾ ਸੀ ਕਿ ਉਸ ਘਰ ਦੇ ਵਿੱਚ ਗੁਰਤਾ ਗੱਦੀ ਦਾ ਮਾਲਕ ਆਇਆ ਹੈ, ਵਾਰਿਸ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਅੱਜ ਘੱਟੋ ਘੱਟ ਕੋਈ ਖਾਲੀ ਨਾ ਜਾਏ। ਖੁਸ਼ ਹੋ ਕੇ ਸਭ ਦੀਆਂ ਝੋਲੀਆਂ ਭਰਦੇ ਨੇ। ਇਤਿਆਦਿਕ ਉਤਸਵ ਅਤ ਵਰਤਤ, ਸੇਵਕ ਸਿੱਖ ਰਹੇ ਹਰ ਖਾਏ। ਇਤਿਆਦਿਕ ਕਹਿੰਦੇ ਗੁਰੂ ਕੀ ਵਡਾਲੀ ਦੇ ਵਿੱਚ ਇਹ ਉਤਸਵ ਹੋਇਆ, ਖੁਸ਼ੀਆਂ ਹੋਈਆਂ। ਸੇਵਕ ਜਿਹੜੇ ਨੇ, ਸਿੱਖ ਨੇ, ਉਹ ਸਾਰੇ ਬੜੇ ਪ੍ਰਸੰਨ ਨੇ। ਜਿਤ ਕਿਤ ਪੂਰਨ ਮੋਦ ਮਹਾਚਿਤ, ਗਾਏ ਸ਼ਬਦ ਪਦ ਗੁਰੂ ਮਨਾਏ। ਜਿੱਥੇ ਮੰਗਣ ਵਾਲੇ ਆ ਕੇ ਆਪਣੇ ਢੰਗ ਨਾਲ ਗਾਉਂਦੇ ਨੇ, ਉੱਥੇ ਗੁਰੂ ਕੇ ਸਿੱਖ ਆਪਣੇ ਢੰਗ ਨਾਲ ਖੁਸ਼ੀਆਂ ਮਨਾਉਂਦੇ ਨੇ। ਗੁਰੂ ਕੇ ਸਿੱਖ ਜਿਹੜੇ ਨੇ ਗੁਰੂ ਕੇ ਸ਼ਬਦ ਦਾ ਗਾਇਨ ਕਰਦੇ ਨੇ, ਸ਼ਬਦ ਗਾ ਗਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ। ਬਹੁ ਨਾਰ ਨਾਰ ਸਿੰਗਾਰ ਧਰ ਕਰ, ਮਿਲੇ ਵਡਾਲੇ ਮਹਿ ਸਮੁਦਾਏ। ਔਰ ਬਹੁਤ ਸਾਰੇ ਨਾਰੀਆਂ, ਨਾਰ, ਇਸਤਰੀ, ਪੁਰਸ਼ ਉਹ ਕੱਪੜੇ ਨਵੇਂ ਪਾ ਕੇ, ਧੋਤੇ ਹੋਏ ਪਾ ਕੇ, ਆਪਣੇ ਵੱਲੋਂ ਹਾਰ ਸ਼ਿੰਗਾਰ ਕੁਝ ਕਰਕੇ, ਨੇੜੇ ਨੇੜੇ ਤੇ ਦੂਰ ਦੂਰ ਪਿੰਡਾਂ ਤੱਕ ਜਿੱਥੋਂ ਤੱਕ ਖਬਰ ਪਹੁੰਚੀ, ਉਹ ਸਾਰੇ ਬੀਬੀਆਂ ਵੀਰ ਭਾਈ ਚੱਲ ਕੇ ਆਏ ਨੇ। ਗ੍ਰਾਹ ਬਿਆਲਪ ਉਤਸਵ ਅਤ ਵਰਦਿਓ, ਚਹੁ ਕੋਦ ਬਹੁ ਮੋਦ ਬਿਥਾਰ। ਕਿਉਂਕਿ ਵਡਾਲੀ ਪਿੰਡ ਛੋਟਾ ਜਿਹਾ ਸੀ ਉਦੋਂ ਤਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟਾ ਜਿਹਾ ਪਿੰਡ ਸੀ, ਪਰ ਉਤਸਵ ਇੰਨਾ ਵਧਿਆ, ਖੁਸ਼ੀਆਂ ਤੇ ਰੌਣਕਾਂ ਇੰਨੀਆਂ ਹੋਈਆਂ ਕਿ ਚਾਰੇ ਪਾਸੇ ਦੂਰ ਦੂਰ ਤੱਕ ਸਿੱਖ ਹੀ ਸਿੱਖ, ਸੰਗਤ ਹੀ ਸੰਗਤ ਨਜ਼ਰ ਆਉਂਦੀ ਹੈ। ਗ੍ਰਾਮ ਨਗਰ ਮਹਿ ਸੁਣ ਸਿੱਖ ਸੇਵਕ, ਮਿਲ ਮਿਲ ਕਰ ਰਹੇ ਮੰਗਲਾਚਾਰ। ਕੀ ਪਿੰਡਾਂ, ਕੀ ਸ਼ਹਿਰਾਂ, ਨਗਰਾਂ ਦੇ ਸਾਰੇ ਜਿਹੜੇ ਸਿੱਖ ਸੁਣਦੇ ਨੇ, ਉਹ ਮੰਗਲਾਚਾਰ ਕਰਦੇ ਨੇ, ਉਹ ਖੁਸ਼ੀਆਂ ਮਨਾਉਂਦੇ ਨੇ। ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਿਥੀਏ ਕੇ ਦਾਸੇ ਸੁਣ ਧਾਈ, ਕੀਨਸ ਕਰਮੋ ਨਿਕਟ ਉਚਾਰ। ਕਿਉਂਕਿ ਖਬਰ ਤੇ ਹੁਣ ਦੂਰ ਦੂਰ ਤੱਕ ਪਹੁੰਚ ਗਈ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਜਨਮ ਲਿਆ ਹੈ, ਪ੍ਰਕਾਸ਼ ਹੋਇਆ ਹੈ। ਇਹ ਪ੍ਰਿਥੀਏ ਦੀ ਬੀਬੀ ਕਰਮੋ ਦੀ ਦਾਸੀ ਨੇ ਵੀ ਆਪਣੇ ਕੰਨਾਂ ਦੇ ਨਾਲ ਜਦੋਂ ਖਬਰ ਸੁਣੀ ਕਿ ਪ੍ਰਿਥਿਆ ਤੇ ਕਹਿੰਦਾ ਸੀ ਉਸ ਘਰ ਵਿੱਚ ਪੁੱਤਰ ਹੋਣਾ ਹੀ ਕੋਈ ਨਹੀਂ, ਪਰ ਇਹ ਤੇ ਪੁੱਤਰ ਹੋ ਗਿਆ। ਉਹਨਾਂ ਦੀ ਵਧਾਈਆਂ ਆ ਗਈਆਂ ਨੇ। ਦਾਸੀ ਭੱਜ ਕੇ ਗਈ, ਜਾ ਕੇ ਕਰਮੋ ਨੂੰ ਸਾਰੀ ਗੱਲਬਾਤ ਸੁਣਾਈ। ਗੁਰ ਅਰਜਨ ਕੇ ਜਨਮਿਓ ਨੰਦਨ, ਜਹ ਕਹਿ ਹੋਏ ਰਹੋ ਜੈਕਾਰ। ਇਹ ਦਾਈ ਜਾ ਕੇ ਕਹਿੰਦੀ ਕਿ ਇਹ ਬੀਬੀ ਕਰਮੋ, ਤੁਸੀਂ ਕਹਿੰਦੇ ਸੀ ਉਸ ਘਰ ਵਿੱਚ ਪੁੱਤਰ ਹੀ ਕੋਈ ਨਹੀਂ ਹੋਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਪੁੱਤਰ ਵੀ ਹੋਇਆ, ਔਰ ਜਿੱਥੇ ਜਿੱਥੇ ਉਹਨਾਂ ਦੀ ਜੈ ਜੈਕਾਰ ਵੀ ਹੋ ਰਹੀ ਹੈ। ਦੂਰ ਦੂਰ ਤੋਂ ਸੰਗਤਾਂ, ਵਡਾਲੀ ਦੇ ਵਿੱਚ ਤੇ ਮੇਲਾ ਹੀ ਬੜਾ ਵੱਡਾ ਲੱਗਿਆ ਹੈ। ਗੁਰ ਕੇ ਓਕ ਬਿਹੀਨ ਰੋਕ ਜੇ, ਕੀਨ ਬਲੋਕਣ ਸੋ ਕਹਿ ਬੈਣ। ਗੁਰੂ ਜੀ ਦਾ ਘਰ ਜਿੰਨਾ ਬਿਨਾਂ ਰੋਕ ਤੋਂ ਵੇਖਿਆ ਹੈ, ਕਹਿੰਦੇ ਉਹ ਬਚਨ ਕਹਿੰਦੇ ਨੇ ਜਿਹੜੇ ਲੋਕ ਉੱਥੇ ਜਾ ਸਕਦੇ ਨੇ। ਉਹ ਕਹਿੰਦੇ ਨੇ
कि गुरु के घर बड़ा सोहना बालक है जिन्हें अवतार धारिया, उत्ते अवतार ही शब्द वरतते ने, दस ही दस रही है। मंदिर के अंदर से सुंदर देखत रही न तृप्ते नैन। ये दस ही दस दे कि बेबे करमो उतों तो जेड़ा भी हो के आउंदा है ना, उस घर दे विच जाके उस बालक के दर्शन करके आउंदा है। हर कोई ये कहता कि बालक इन्ना सोहना है कि छोटे हुंदियां तो ही जन्म तो लैके ढील ढोल बड़ा खुला लगता है, हथ पैर खुले ने, मुखड़ा सोहना है, मत्था बड़ा चौड़ा है। और जेड़ा ही वेखदा इक्को गल कहंदा कि अखां रजदियां नहीं, वेख वेख के नेत्र तृप्त नहीं हुंदे। अधिक सराहत हृदा उमाहत, चाहत चित हित ते बिसरै ना। हुण जदों दाई जिवें जिवें दसदी है कर्मों के अंदर उवें उवें इवें लगता है कि यह दाई दस नहीं रही, ये नागनी हो के डंग मारती पई है, अंदर जहर घुलदा है। दस ही दसदी है कि लोग बड़ी सिफत करते हैं, बड़ी सलाह करते हैं, लोग तो उत्थों जाके वापस आना ही नहीं चाहते। हो ते आनंद बिलंद बडाले, देन लेन बहु हैवतिन ऐन। कि बेबे वडाली दे विच ते आनंद ही बड़ा, खुशियां बड़ियां ने, उत्थे देन लैन वाला तो कोई अंत ही नहीं। इन्ने सिख आए ने, इन्नियां संगतां आईयां ने, उत्थे ते बच्चे नूं प्यार देण दे बहाने बड़ा वड्डा उन्हां दे घर कहंदे ने ढेर लग गया भेटावां दा। बहु संगत उत्साहत, गमनत सदन गुरु अर्जन के जाए। और उदासी इशारा करके कहते कि बाहर माड़ा जी निकल के तो वेख बीबी, कि संगतां बड़े उत्साह के नाल टोले बना बना के धन गुरु अर्जन देव जी के घर हजे भी जा रही ने। दिन प्रत अधिक प्रताप बदत, दिन अनगन धन जस को उपजाए। उन्हां दा ते दिन प्रति दिन जिहड़ा है वो जस वध रहा है, उन्हां दा प्रताप वध रहा है। उत्थे जाके देखो कि उन्हां दे घर दे विच ते जिहड़ी भेटावां ने उन्हां दे अंत कोई नहीं, सिखां दी गिनती कोई नहीं, इन्नी भीड़ लगी हुई है। निकसे रामदासपुर जब ते भए ना घट, ऐश्वर्य बधाए। रदासी जिवें जिवें दसदी है कि बीबी करमो जदों तो गुरु अर्जन देव जी रामदासपुर तो निकल के गए ने, कि आपां ते ये सोचा सी इत्थों निकल जाणगे सारा कुछ तुहाडे कोल आ जाएगा, साडे कोल आ जाएगा। पर उत्थों ते जिथे भी गुरु साहब जी गए ने गुरु अर्जन देव जी, वो तो सारा कुछ उत्थे चला गया, उन्होंने तो घाटा कोई पिया ही नहीं। सारियां संगतां उदों दी उधर जांदियां ने। तुमरे नर कुछ थोरे आवे, तहां उपायन बहुते आए। दस ही कहते कि बेबी करम तुहाडे कोल तो थोड़े जे लोग आउंदे ने, थोड़ी जी कोई कोई भेटा आके दिंदा है, पर सारे जाके भेटा तो उत्थे देंदे ने, जिहड़े इत्थे आउंदे ने भेटा वो भी उत्थे जाके दिंदे ने। तल क्यों रिद दासी ते सुनकर, मनो सरपने डसी दुखंत। कहते बेबी करमों ने जदों दासी तो सारा कुछ सुनिया, इस तरह लग्या कि जिवें अंदर हिरदा ही पाट गया है। इस तरह लग्या किसी बड़े जरीले डंग सप ने आके डंग मार दिता है, अंदर विष घोलदी है, अंदर इन्ना दुख रहा है कि ये जहर हुण कड्ढा किवें। पेरे परे धीर उर हर कर, होए भै भेत शरीक बधंत। हुण देखो ईरखा जिहड़ी किन्नी चंद्री है कि बेबी करमों नूं कोई दुख नहीं, पर दुख इस करके हो गया कि उस घर में बालक क्यों आ गया। अपने कोल रुपये पैसे करके किसी तरह की कमी नहीं, बस दुख इस करके कि उन्होंने दे घर ज़्यादा क्यों आ गया। कहते बेबी करमो जिहड़ी है उनका रंग ही पीड़ा पै गया कि जिवें सचमुच ही डंग मार गया सप, पीड़ा चेहरा हो गया है। और शरीक नूं समझ गए कि शरीक के घर में तो बड़ा कुछ आ गया। बह्यो जात चित चिंता सलता, खान पान कुछ तनक करंत। कहते कर्मों
ਚਿਹਰਾ ਪੀਲਾ ਪੈ ਗਿਆ ਹੈ। ਚਿੰਤਾ ਦੇ ਨਦੀ ਦੇ ਵਿੱਚ ਜਿਵੇਂ ਵਗਦੀ ਹੋ ਜਾਂਦੀ ਹੈ, ਬਹਿੰਦੀ ਹੋ ਜਾਂਦੀ ਹੈ। ਇਹਨੇ ਖਾਣਾ ਪੀਣਾ ਵੀ ਘਟਾ ਦਿੱਤਾ, ਖਾਣਾ ਪੀਣਾ ਚੰਗਾ ਹੀ ਨਹੀਂ ਲੱਗਦਾ। ਦੁਰਲਭਤਾ ਅੰਗਨ ਭਏ ਸਗਰੇ ਉਸਨ ਸਾਸ ਬਹੁ ਬਾਰ ਪਰੰਤ। ਕਹਿੰਦੇ ਤੇ 1-2 ਦਿਨ ਵਿੱਚ ਇੰਨੀ ਕਮਜ਼ੋਰ ਪੈ ਗਈ ਜਿਵੇਂ ਸਰੀਰ ਵੀ, ਹੱਥ ਪੈਰ ਵੀ ਜਿਹੜੇ ਨੇ ਕਮਜ਼ੋਰ ਹੋ ਗਏ, ਖਾਣਾ ਪੀਣਾ ਹੀ ਛੱਡ ਦਿੱਤਾ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਹ ਵੀ ਪਤਾ ਨਹੀਂ ਕਿਵੇਂ ਲੈਂਦੀ ਹੋਵੇਗੀ, ਬੜੇ ਔਖੇ ਔਖੇ ਸਾਹ ਲੈਂਦੀ ਹੈ। ਭਈ ਰਾਤ ਪਤ ਆਏ ਸਮੀਪੇ ਮਨ ਸੰਕਟ ਕੋ ਭਣਤ ਕਰਾਲ। ਕਹਿੰਦੇ ਉਸੇ ਦਿਨ ਹੀ ਜਦੋਂ ਦਾਸੀ ਨੇ ਦੱਸਿਆ, ਰੰਗ ਤੇ ਪੀਲਾ ਪੈ ਗਿਆ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਕਈ ਦਿਨ ਦੇ ਬਿਮਾਰ ਹੋਏ, ਬੁੱਲ ਸੁੱਕੇ ਹੋਏ ਨੇ। ਔਰ ਰਾਤ ਨੂੰ ਜਦੋਂ ਘਰ ਵਾਲਾ ਪਤੀ ਪ੍ਰਿਥਿਆ ਘਰ ਦੇ ਵਿੱਚ ਆਇਆ ਹੈ, ਮਨ ਸੰਕਟ ਤੋਂ ਭਣਤ ਕਰਾਲ, ਆਪਣੇ ਮਨ ਦੇ ਅੰਦਰ ਦਾ ਦੁੱਖ ਸੰਕਟ ਤਕਲੀਫ ਆਪਣੇ ਘਰ ਵਾਲੇ ਪ੍ਰਿਥੀ ਨੂੰ ਦੱਸਦੀ ਹੈ। ਹੇ ਗੁਰਸੁਤ ਤੁਮ ਬਾਕ ਬਖਾਨਿਓ ਸ੍ਰੀ ਅਰਜਨ ਕੇ ਹੋਏ ਨਾ ਬਾਲ। ਕਰਮੋ ਕਹਿੰਦੇ ਹੈ ਗੁਰੂ ਕੇ ਪੁੱਤਰ ਹੈ ਤੇ ਤੂੰ ਗੁਰੂ का ਪੁੱਤਰ ਆਪਣੇ ਆਪ ਨੂੰ ਸਮਝਦਾ ਵੀ ਗੁਰੂ ਹੈ। ਤੂੰ ਤੇ ਕਿਹਾ ਸੀ ਗੁਰੂ ਦੇ ਘਰ, ਗੁਰੂ ਅਰਜਨ ਦੇਵ ਦੇ ਘਰ ਬਾਲਕ ਹੋਣਾ ਹੀ ਨਹੀਂ। ਐਵੇਂ ਝੂਠੀ ਮਾਰੀ ਜਾਂਦਾ ਸੇ, ਗਾਪੀ ਮਾਰੀ ਜਾਂਦਾ ਸੇ। ਅਬ ਜਨਮਿਓ ਸੁੰਦਰ ਸਮਚੰਦੇ ਸਗਰੇ ਕਰੇ ਸਰਾਹਣ ਬਾਲ। ਆ ਵੇਖ ਲਓ ਉਹਨਾਂ ਦੇ ਘਰ ਤੇ ਬਾਲਕ ਵੀ ਹੋਇਆ ਹੈ। ਔਰ ਕਹਿੰਦੇ ਨੇ ਇਵੇਂ ਦਾ ਬਾਲਕ ਵੀ ਕੋਈ ਨਹੀਂ, ਬੜਾ ਸੋਹਣਾ, ਸਾਰੇ ਉਹਨਾਂ ਦੀ ਸਿਫਤ ਸਲਾਹ ਬੜੀ ਕਰਦੇ ਨੇ। ਅਧਿ ਕੋ ਪਾਇਣ ਚੜੇ ਦਰਬ ਬਹੁ ਤਿਨ ਤੇ ਮੰਗਤ ਕੇ ਨਿਹਾਲ। ਕਹਿੰਦੇ ਉਹਨਾਂ ਦੇ ਘਰ ਤੇ ਸੁਣਿਆ ਕਿ ਚੜਾਵੇ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਲੱਗ ਗਈਆਂ ਨੇ। ਰੋਜ਼ ਹੀ ਸਿੱਖ ਸੰਗਤ ਆਉਂਦੇ ਨੇ, ਰੋਜ਼ ਹੀ ਵੱਡੇ ਵੱਡੇ ਢੇਰ ਲੱਗਦੇ ਨੇ ਉੱਥੇ। ਤੇ ਇਹ ਵੀ ਸੁਣਿਆ ਜਿਹੜੇ ਮੰਗਣ ਵਾਲੇ ਜਾਂਦੇ ਨੇ, ਗੁਰੂ ਅਰਜਨ ਦੇਵ ਜੀ ਉਹਨਾਂ ਦੀ ਇਵੇਂ ਝੋਲੀਆਂ ਭਰ ਭਰ ਕੇ ਵਾਪਸ ਭੇਜਦੇ ਨੇ। ਅਨਕਰੇਤ ਕੇ ਉਤਸਵ ਹੋਵਤ ਬਜੇ ਵਧਾਈ ਆਨੰਦ ਵਿਸਾਲ। ਕਿ ਤੂੰ ਕਹਿਣਾ ਸਾ ਉਹਨਾਂ ਦੇ ਘਰ ਬਾਲਕ ਹੋਣਾ ਹੀ ਕੋਈ ਨਹੀਂ, ਉਹਨਾਂ ਦੀ ਔਲਾਦ ਹੋਣੀ ਕੋਈ ਨਹੀਂ, ਪਰ ਕਰਮੋਂ ਕਹਿੰਦੇ ਉਹਨਾਂ ਦੇ ਘਰ ਤੇ ਰੋਜ਼ ਉਤਸਵ ਹੋ ਰਿਹਾ ਹੈ। ਉਹਨਾਂ ਦੇ ਘਰ ਰੋਜ਼ ਹੀ ਮੇਲਾ ਲੱਗਿਆ ਹੋਇਆ, ਉਹ ਤੇ ਰੋਜ਼ ਹੀ ਆਨੰਦ ਦੇ ਵਿੱਚ ਨੇ। ਜਹ ਕਹਿ ਸੋ ਜਸ ਬਿਥਾਰਿਓ ਆਪਣੋ ਜਨਮ ਲਾਭ ਲੈਨ ਇਸ ਕਾਲ। ਕਹਿੰਦੇ ਜਿੱਥੇ ਕਿੱਥੇ ਉਹਨਾਂ ਨੇ ਤੇ ਆਪਣਾ ਜਸ ਫੈਲਾ ਲਿਆ ਹੈ। ਇਸ ਸਮੇਂ ਆਪਣੇ ਜਨਮ ਦਾ ਉਹਨਾਂ ਨੇ ਤੇ ਸਭ ਤੋਂ ਵੱਡਾ ਲਾਭ ਲੈ ਲਿਆ। ਉਹਨਾਂ ਦੇ ਘਰ ਪੁੱਤਰ ਵੀ ਆ ਗਿਆ ਤੇ ਪੁੱਤਰ ਦੇ ਨਾਲ ਉਹਨਾਂ ਦੇ ਘਰ ਕਹਿੰਦੇ ਨੇ ਮਾਇਆ ਵੀ ਬੜੀ ਆ ਗਈ ਹੈ। ਬਸਿਓ ਗ੍ਰਾਮ ਸੋ ਤੁਮ ਪਿਤ ਕੇ ਪੁਰ ਤਉ ਨ ਸਮਤਾ ਭਈ ਤਿਸ ਨਾਲ। ਕਰਮੋ ਆਪਣੇ ਘਰ ਵਾਲੇ ਨੂੰ ਕਹਿੰਦੇ ਉਹ ਤੇ ਜਾ ਕੇ ਇੱਕ ਛੋਟੇ ਜਿਹੇ ਪਿੰਡ ਵਿੱਚ ਵਸਿਆ, ਪਰ ਤੂੰ ਤੇ ਆਪਣੇ ਪਿਤਾ ਦੇ ਨਗਰ ਵਿੱਚ ਹੀ ਹੈ ਨਾ, ਉਹਨਾਂ ਦੇ ਵਸਾਏ ਹੋਏ ਨਗਰ ਦੇ ਵਿੱਚ ਹੀ ਹੈ। ਪਰ ਤੇਰੀ ਤੇ ਬਰਾਬਰੀ ਫਿਰ ਵੀ ਉਹਨਾਂ ਨਾਲ ਹੋਈ, ਤੇਰੇ ਕੋਲ ਕੋਈ ਵੀ ਨਹੀਂ ਆਇਆ। ਬਚਨ ਕੂਰ ਪੁਨ ਭਏ ਤੁਮਹਾਰੇ ਮੈਂ ਝੂਰਤ ਹੇਰਤ ਅਸਹਾਲ। ਫਿਰ ਕਰਮੋਂ ਕਹਿੰਦੇ ਕਿ ਤੇਰੀਆਂ ਤੇ ਗੱਲਾਂ ਸਾਰੀਆਂ ਝੂਠੀਆਂ ਨੇ। ਤੂੰ ਸ਼ੁਰੂ ਤੋਂ ਕਹਿੰਦਾ ਆਇਆ ਗੁਰੂ ਤੇ ਮੈਂ ਹੀ ਬਣਨਾ, ਮੈਂ ਹੀ ਬਣਨਾ, ਨਾ ਗੁਰੂ ਬਣਿਆ। ਫਿਰ ਐਡਾ ਵੱਡਾ ਕਪੌੜ ਮਾਰਿਆ, ਉਹਨਾਂ ਦੇ ਘਰ ਪੁੱਤਰ ਕੋਈ ਨਹੀਂ ਹੋਣਾ, ਪੁੱਤਰ ਵੀ ਹੋ ਗਿਆ। ਮੈਂ ਤੇ ਤੇਰੇ ਝੂਠ ਸੁਣ ਕੇ ਬੇਹਾਲ ਹੋ ਗਈ। ਪ੍ਰਿਥੀਏ ਭਣਿਓ ਜਥਾ ਸੁਤ ਲੀਨਸ ਕਈ ਪ੍ਰਿਤ ਟਿਗ ਨਗਨ ਸੁਪਾਏ। ਪ੍ਰਿਥੀਆ ਆਪਣੇ ਗੱਲ ਫਿਰ ਵੀ ਨਹੀਂ ਪੱਲੇ ਪੈਣ ਹੀ ਨਹੀਂ ਦਿੰਦਾ, ਅੜਨ ਹੀ ਨਹੀਂ ਦਿੰਦਾ ਕਿ ਮੈਂ ਝੂਠਾ ਨਹੀਂ, ਮੇਰੇ ਬੋਲ ਝੂਠੇ ਨਹੀਂ। ਇਹਨਾਂ ਦੇ ਘਰ ਸੱਚਮੁੱਚ ਬਾਲਕ ਨਹੀਂ ਸੀ ਹੋਣਾ। ਉਹ ਤੇ ਜਿਹੜੇ ਢੰਗ ਨਾਲ ਲਿਆ ਤੈਨੂੰ ਵੀ ਪਤਾ, ਅਸੀਂ ਵੀ ਜਾਣਦੇ ਹਾਂ ਕਿ ਗੰਗਾ ਜੀ ਨੰਗੇ ਪੈਰੀ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਗਈ ਸੀ। ਦੇਖ ਸੇਵ ਤਿਸਨੇ ਬਰ ਦੀਨਸ ਯਾਤੇ ਪੁੱਤਰ ਲਿਓ ਹਰ ਖਾਏ। ਇਹ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੰਗਾ ਜੀ ਦੀ ਸਾਡੀ ਭਰਜਾਈ ਦੀ ਸੇਵਾ ਵੇਖ ਕੇ ਉਹਨਾਂ ਨੇ ਵਰ ਦੇ ਦਿੱਤਾ ਹੈ।
ਇਹ ਪੁੱਤਰ ਤਾਂ ਹੋਇਆ, ਨਹੀਂ ਤੇ ਮੇਰੀ ਗੱਲ ਝੂਠੀ ਨਹੀਂ ਸੀ ਨਿਕਲਣੀ, ਪੁੱਤਰ ਨਹੀਂ ਸੀ ਹੋਣਾ। ਮੋਹੇ ਬਾਕ ਨਹਿ ਝੂਠ ਵਿਚਾਰੋ, ਅਪਰ ਜਤਨ ਤੇ ਕਹਿਓ ਨਾ ਪਾਏ। ਪ੍ਰਿਥਿਆ ਫਿਰ ਕਹਿੰਦਾ ਕਿ ਕਰਮੋ ਮੇਰੀ ਗੱਲ ਨੂੰ ਝੂਠੀ ਨਾ ਜਾਣੀ, ਮੈਨੂੰ ਝੂਠਾ ਨਾ ਸਮਝੇ। ਮੇਰੀ ਗੱਲ ਹੁਣ ਵੀ ਸੱਚੀ ਹੈ ਕਿ ਹੋਰ ਕਿਸੇ ਵੀ ਯਤਨ ਦੇ ਨਾਲ ਇਹਨਾਂ ਦੇ ਘਰ ਔਲਾਦ ਨਹੀਂ ਸੀ ਹੋਣੀ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬੋਲ ਨੇ, ਤੇ ਉਹਨਾਂ ਦੇ ਬੋਲਾਂ ਨੂੰ ਕਿਹੜਾ ਟਾਲ ਸਕਦਾ ਹੈ। ਸ੍ਰੀ ਨਾਨਕ ਸੇਵਕ ਨੇ ਦੀਨਿਓ, ਜਿਸ ਕੋ ਕੋਈ ਨਾ ਸਕੈ ਮਿਟਾਏ। ਪ੍ਰਿਥਿਆ ਕਹਿੰਦਾ ਇਹ ਤੇ ਬਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ ਦਿੱਤਾ ਹੈ, ਉਹਨਾਂ ਦੇ ਸੇਵਕ ਨੇ ਦਿੱਤਾ ਹੈ, ਤੇ ਉਹਨਾਂ ਦੇ ਦਿੱਤੇ ਹੋਏ ਨੂੰ ਕੋਈ ਮਿਟਾ ਨਹੀਂ ਸਕਦਾ। ਬੜੇ ਪੁਰਖ ਨਿਜ ਸੇਵਾ ਹੇਰੈ, ਵਸਤ ਅਦੇ ਜੋ ਦੇਤ ਕਿਰਪਾਲ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਉਹ ਵੱਡੇ ਪੁਰਖ ਨੇ, ਵੱਡੇ ਗੁਰੂ ਸਾਹਿਬਾਨ ਤੋਂ ਲੈ ਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਤੇ ਜਿਹੜੇ ਵੱਡੇ ਪੁਰਖ ਹੁੰਦੇ ਨੇ ਉਹ ਸਿਰਫ ਸੇਵਾ ਹੀ ਵੇਖਦੇ ਨੇ, ਸੇਵਾ ਵੇਖ ਕੇ ਖੁਸ਼ ਹੋ ਜਾਂਦੇ ਨੇ, ਕਿਰਪਾ ਦੇ ਘਰ ਵਿੱਚ ਆ ਜਾਂਦੇ ਨੇ। ਉਹਨਾਂ ਨੇ ਤੇ ਗੰਗਾ ਜੀ ਦੀ ਸੇਵਾ ਹੀ ਦੇਖੀ ਹੈ, ਉਹਨਾਂ ਨੇ ਬਚਨ ਦੇ ਦਿੱਤਾ ਹੈ, ਜਗ ਗੁਰ ਨੁਖਾ ਪਗਣ ਤੇ ਗਮਨੀ, ਬਿਨ ਪਨਹੀ ਸਿਰ ਭਾਰ ਉਠਾਲ। ਦੇਖੋ ਧੰਨ ਗੁਰੂ ਰਾਮਦਾਸ ਦੀ ਉਹ ਨਹੁੰ ਹੈ ਗੰਗਾ ਜੀ। ਪ੍ਰਿਥਿਆ ਦੱਸ ਰਿਹਾ ਹੈ ਕਿ ਇੱਥੋਂ ਨੰਗੇ ਪੈਰੀ ਚੱਲ ਕੇ ਗਈ, ਸਿਰ ਤੇ ਭਾਰ ਵੀ ਚੁੱਕ ਕੇ ਲਗਈ। ਸਗਲ ਟਹਿਲ ਆਪਣੇ ਕਰ ਕੀਨਸ, ਸ਼ਰਮਤ ਪਈ ਹੋਏ ਖੇਤ ਵਿਸਾਲ। ਫਿਰ ਗੰਗਾ ਜੀ ਨੇ ਗੁਰੂ ਰਾਮਦਾਸ ਸਤਿਗੁਰੂ ਜੀ ਦੀ ਨਹੁੰ ਹੋ ਕੇ, ਗੁਰੂ ਅਰਜਨ ਦੇਵ ਜੀ ਦੇ ਮਹਿਲ ਹੋ ਕੇ ਆਪਣੇ ਹੱਥੀਂ ਸੇਵਾ ਕੀਤੀ। ਨੰਗੇ ਪੈਰੀ ਚੱਲ ਕੇ ਗਏ, ਥੱਕੇ ਵੀ ਬੜੇ, ਦੁੱਖ ਵੀ ਬੜਾ ਉਠਾਇਆ, ਪਰ ਫਿਰ ਵੀ ਸੇਵਾ ਕੀਤੀ। ਇਸ ਉਪਾਏ ਤੇ ਨੰਦਨ ਪ੍ਰਾਪਤ, ਨਾਹੇ ਤਮਮ ਬਚ ਸਹਿ ਕਰਾਲ। ਕਿ ਇੰਨੇ ਯਤਨ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਖੁਸ਼ ਕੀਤਾ, ਉਹਨਾਂ ਨੇ ਬਚਨ ਕਰ ਦਿੱਤਾ, ਤਾਂ ਉਹਨਾਂ ਦੇ ਘਰ ਬਾਲਕ ਹੋਏ ਨੇ। ਤੇ ਮੇਰੇ ਬਚਨ ਕਿਤੇ ਝੂਠੇ ਥੋੜੀ ਜਾਂਦੇ ਨੇ। ਭਇਓ ਪੁੱਤਰ ਤੋਂ ਕਿਆ ਅਬ ਹੋਇਓ, ਹਿਰਦੇ ਹਮਾਰੇ ਸੱਲਿਆ ਸਮਾਨ। ਹੁਣ ਦੇਖੋ ਪ੍ਰਿਥਿਆ ਸਕਾ ਤਾਇਆ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਇਹ ਅੱਜ ਹੀ ਨਹੀਂ, ਅੱਜ ਤੇ ਸਾਨੂੰ ਖਬਰਾਂ 'ਚ ਮਿਲਦਾ ਨਾ 5, 7, 8 ਸਾਲ ਦੇ ਬੱਚੇ ਨੂੰ ਸੱਕੇ ਤਾਏ ਨੇ ਮਾਰ ਦਿੱਤਾ। ਇਹ ਕਹਾਣੀਆਂ ਉਦੋਂ ਵੀ ਇਸੇ ਤਰ੍ਹਾਂ ਚੱਲਦੀਆਂ ਸਨ। ਹੁਣ ਪ੍ਰਿਥਿਆ ਕਹਿੰਦਾ ਕਰਮੋ ਕੀ ਹੋਇਆ ਜੋ ਉਹਨਾਂ ਦੇ ਘਰ ਪੁੱਤਰ ਹੋ ਗਿਆ। ਉਹਨਾਂ ਦੇ ਘਰ ਪੁੱਤਰ ਹੋਇਆ, ਸਾਡੇ ਹਿਰਦੇ ਦੇ ਵਿੱਚ, ਸਾਡੇ ਕਲੇਜੇ ਦੇ ਵਿੱਚ ਉਹ ਸੂਲ ਦੀ ਤਰ੍ਹਾਂ ਚੁੱਭਿਆ ਹੈ ਆ ਕੇ। ਨਹੀਂ ਉਖਾਰੇ ਜਾਵਤ ਇਸ ਕੋ, ਤਾਵਤ ਉਪਜਤ ਕਰਕਸ ਮਹਾਨ। ਤੇ ਕਲੇਜੇ ਵਿੱਚ ਚੁੱਭੇ ਹੋਈ ਸੂਲ ਜਦੋਂ ਤੱਕ ਕੱਢੀਏ ਨਾ, ਉਹ ਦੁੱਖ ਦਿੰਦੀ ਰਹਿੰਦੀ ਹੈ, ਦਿੰਦੀ ਰਹਿੰਦੀ ਹੈ। ਤੇ ਜਦੋਂ ਤੱਕ ਇਹ ਸੂਲ ਅਸੀਂ ਕੱਢ ਨਾ ਦਿੱਤੀ, ਇਹ ਸਾਨੂੰ ਦੁੱਖ ਦਿੰਦੀ ਰਹਿਣਾ ਹੈ। ਨੀਂਦ ਨਿਸ਼ਾ ਨਹਿ ਭੋਜਨ ਦਿਨ ਮਹਿ, ਚਿੰਤਾ ਬਦੇ ਨਹੀਂ ਨਿਤਿਆਨ। ਤੇ ਜਦੋਂ ਸਿੱਧੀ ਛਾਤੀ ਦੇ ਵਿੱਚ ਸੂਲ ਖੁੱਭੀ ਹੋਵੇ ਨਾ, ਫਿਰ ਨਾ ਰਾਤ ਨੂੰ ਨੀਂਦ ਪੈਂਦੀ ਹੈ, ਨਾ ਦਿਨ ਦੇ ਵਿੱਚ ਕੁਝ ਖਾਣਾ ਪੀਣਾ ਚੰਗਾ ਲੱਗਦਾ, ਚਿੰਤਾ ਹੀ ਰਹਿੰਦੀ ਹੈ। ਇਹ ਕਲੇਜੇ ਵਿੱਚ ਚੁੱਭੇ ਹੋਏ ਸੂਲ ਅਸੀਂ ਕੱਢਾਂਗੇ। ਜਤਨ ਬਣੇ ਜਿਮ, ਚਿਤਵਤ ਰਹੋ ਤਿਮ, ਕਿਤਤ ਦਿਵਸ ਮਹਿ ਕਰੇ ਸੁਹਾਨ। ਤੇ ਨਾਲੇ ਪ੍ਰਿਥਿਆ ਕਹਿੰਦਾ ਕਰਮੋ ਜਿਵੇਂ ਵੀ ਯਤਨ ਹੋ ਸਕੇ, ਜਿਵੇਂ ਵੀ ਇਹ ਸੂਲ ਕੱਢੀ ਜਾ ਸਕੇ, ਭਾਵ ਕਿ ਬਾਲਕ ਹਰਗੋਬਿੰਦ ਨੂੰ ਅਸੀਂ ਮਾਰਨਾ ਹੈ, ਖਤਮ ਕਰਨਾ ਹੈ, ਇਹ ਸੂਲ ਕੱਢਣੀ ਹੈ। ਬਸ ਜਿਵੇਂ ਵੀ ਹੋ ਸਕੇ ਤੂੰ ਹੁਣ ਤੋਂ ਲੈ ਕੇ ਯਤਨ ਕਰਦੀ ਰਹੋ, ਦਿਨੇ ਰਾਤ ਯਤਨ ਕਰ, ਕੋਈ ਨਾ ਕੋਈ ਉਪਾਅ ਸਾਨੂੰ ਜ਼ਰੂਰ ਲੱਭੇਗਾ। ਜਿਉਂ ਕਿਉਂ ਗੁਰਤਾ ਨਿਜ ਘਰ ਰੱਖੇ, ਇਸ ਹਿੱਠ ਠਾਨੇ ਅਣਕ ਉਪਾਏ। ਪ੍ਰਿਥਿਆ ਕਹਿੰਦਾ ਕਿ ਜੋ ਵੀ ਕਰਨਾ ਪਵੇ, ਜਿਵੇਂ ਕਿਵੇਂ ਵੀ ਕਰਕੇ, ਇਹ ਗੁਰਤਾ ਕਦੇ ਜੇ ਮੇਰੇ ਕੋਲ ਨਹੀਂ ਆਈ, ਅੱਗੋਂ ਘੱਟੋ ਘੱਟ ਅਸੀਂ ਆਪਣੇ ਘਰ ਵਿੱਚ ਰੱਖਣੀ ਹੈ।
ਇਹ ਗੁਰਤਾ ਗੱਦੀ ਹੁਣ ਮਿਹਰਬਾਨ ਕੋਲ ਹੀ ਆਉਣੀ ਚਾਹੀਦੀ ਹੈ। ਜਬ ਲੋ ਮਾਤ ਗੋਦ ਮਹਿ ਬਾਲਕ, ਤਬ ਲੋ ਤ੍ਰਿਆ ਜਾਏ ਕੋ ਕਾਏ। ਹੁਣ ਪ੍ਰਿਥਿਆ ਇਹ ਤੋਂ ਤੱਕ ਕਹਿੰਦਾ ਕਿ ਜਦੋਂ ਤੱਕ ਇਹ ਬਾਲਕ ਆਪਣੀ ਮਾਂ ਗੰਗਾ ਦੇ ਗੋਦ ਵਿੱਚ ਹੈ ਨਾ, ਬਸ ਇਹਨੂੰ ਗੋਦ ਦੇ ਵਿੱਚੋਂ ਅਸੀਂ ਬਾਹਰ ਉਤਰਨ ਹੀ ਨਹੀਂ ਦੇਣਾ, ਭਾਵ ਕਿ ਵੱਡਾ ਹੋਣ ਹੀ ਨਹੀਂ ਦੇਣਾ। ਗੋਦ ਦੇ ਵਿੱਚ ਕੋਈ ਨਾ ਕੋਈ ਇਸਤਰੀ ਜਾਏ, ਉਸ ਬਾਲਕ ਨੂੰ ਚੁੱਕੇ, ਕਿਸੇ ਤਰ੍ਹਾਂ ਘਾਤ ਲਾ ਕੇ, ਦਾ ਲਾ ਕੇ ਉਹਨੂੰ ਖਤਮ ਕਰੇ। ਕੁਛ ਚਤਰਾਏ ਸੋ ਕਰ ਪਹੁੰਚੇ, ਕਰੇ ਸੋ ਘਾਤ ਘਾਤ ਕੋ ਪਾਏ। ਕੋਈ ਐਵੇਂ ਦੀ ਇਸਤਰੀ ਹੋਵੇ ਜਿਹੜੀ ਚਲਾਕੀ ਕਰਕੇ ਗੁਰੂ ਅਰਜਨ ਦੇਵ ਜੀ ਦੇ ਘਰ ਵਡਾਲੀ ਪਹੁੰਚ ਜੇ ਤੇ ਉੱਥੋਂ ਗੋਦ ਵਿੱਚੋਂ ਚੁੱਕੇ, ਸਮਾਂ ਪਾ ਕੇ, ਘਾਤ ਲਾ ਕੇ ਕਿਸੇ ਤਰ੍ਹਾਂ ਘਾਤ ਕਰੇ ਤੇ ਬਾਲਕ ਨੂੰ ਖਤਮ ਕਰ ਦੇ। ਅਸ ਇਸਤਰੀ ਖੋਜਤ ਨਿਤ ਰਹੀਐ, ਦੇਹੋ ਦਰਬ ਤਿਸ ਲਿਹੋ ਲੁਭਾਏ। ਪ੍ਰਿਥਿਆ ਕਹਿੰਦਾ ਕਿ ਕਰਮੋਂ ਐਵੇਂ ਦੀ ਕੋਈ ਇਸਤਰੀ ਲੱਭ, ਅੱਜ ਤੋਂ ਹੀ ਲੱਭਣੀ ਸ਼ੁਰੂ ਕਰ ਦੇ, ਲੱਭਦੀ ਰਹੋ ਕਿ ਉਹਨੂੰ ਰੁਪਈਏ ਦਾ, ਪੈਸੇ ਦਾ ਲਾਲਚ ਦੇ। ਜਿੰਨਾ ਰੁਪਈਆ ਪੈਸਾ ਦੇਣਾ ਪਏ ਓਨਾ ਹੀ ਦਿਆਂਗੇ। ਰੁਪਈਏ ਦੇ ਲਾਲਚ ਵਿੱਚ ਉਹਨੂੰ ਫਸਾ ਕੇ ਕੰਮ ਕਿਸੇ ਇਸਤਰੀ ਤੋਂ ਕਰਾਓ। ਨਿਜ ਪੁਰ ਮਹਿ ਹੋਏ ਸੋ ਤਹ ਪਹੁੰਚੇ, ਮਿਸ ਕਸ ਕਰੇ ਰਹੇ ਤਿੰਨ ਤਾਮ। ਔਰ ਪ੍ਰਿਥਿਆ ਨਾਲੇ ਇਹ ਕਹਿੰਦਾ ਹੈ ਕਿ ਉਹ ਇਸਤਰੀ ਕੋਈ ਬੀਬੀ ਜੇ ਆਪਣੇ ਨਗਰ ਵਿੱਚ ਹੀ ਹੋਵੇ ਤਾਂ ਚੰਗੀ ਗੱਲ ਹੈ ਕਿ ਉੱਥੇ ਵਡਾਲੇ ਪਹੁੰਚ ਜੇ, ਉੱਥੇ ਜਾ ਕੇ ਗੰਗਾ ਜੀ ਕੋਲ ਵੀ ਰਹਿ ਸਕੇ, ਉੱਥੇ ਜਾ ਕੇ ਉਸ ਘਰ ਦੇ ਵਿੱਚ ਰਹਿ ਵੀ ਸਕਦੀ ਹੋਵੇ, ਉੱਥੇ ਰਵੇ ਤੇ ਗੱਲ ਬਣੇਗੀ। ਕਹਿ ਤਿਸ ਗ੍ਰਾਮ ਹੋਏ ਬੁਲਵਾਵੋ, ਕਰੋ ਲੁਭਾਵਣ ਦੈ ਕਰਦਾਮ। ਜੇ ਕੋਈ ਇੱਥੋਂ ਗੁਰੂ ਨਗਰੀ ਦੇ ਵਿੱਚੋਂ ਨਹੀਂ ਕੋਈ ਬੀਬੀ ਐਵੇਂ ਦੀ ਮਿਲਦੀ ਇਸਤਰੀ ਤੇ ਪਤਾ ਕਰਾ ਲਓ, ਕੋਈ ਵਡਾਲੀ ਦੇ ਵਿੱਚੋਂ ਲੱਭ ਲਓ। ਵਡਾਲੀ ਦੇ ਨਾਲ ਨਾਲ ਜਿਹੜੇ ਪਿੰਡ ਨੇ ਉਹਨਾਂ ਵਿੱਚੋਂ ਪਤਾ ਕਰਾ ਲਓ ਕਿ ਰੁਪਈਏ ਪੈਸੇ ਦੇ ਲਾਲਚ ਵਿੱਚ ਕੋਈ ਨਾ ਕੋਈ ਤੇ ਐਵੇਂ ਦੇ ਮਿਲ ਜੇਗੀ ਨਾ, ਕਿ ਜਿਹੜੇ ਗੁਰੂ ਘਰ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰਦੇ। ਕਹਿ ਦਾਸੇ ਤਿਸ ਰਹੇ ਸਮੀਪੇ, ਸੋ ਸੁਖੇ ਨਹੀਂ ਕਰ ਹੈ ਕਾਮ। ਤੇ ਪ੍ਰਿਥਿਆ ਕਹਿੰਦਾ ਕਿ ਜਾਂ ਯਤਨ ਕਰੋ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਦੀਆਂ ਦਾਸੀਆਂ ਨੇ, ਬੀਬੀ ਮਾਤਾ ਗੰਗਾ ਜੀ ਦੇ ਕੋਲ ਰਹਿਣ ਵਾਲੀਆਂ ਨੂੰ, ਉਹਨਾਂ ਵਿੱਚੋਂ ਕੋਈ ਦਾਸੀ ਐਵੇਂ ਦੀ ਮਿਲ ਜੇ ਕਿ ਜਿਹੜੀ ਲਾਲਚ ਵਿੱਚ ਆ ਕੇ ਰੁਪਈਆ ਪੈਸਾ ਆ ਕੇ ਕੰਮ ਕਰਦੇ, ਉਹਦੇ ਵਾਸਤੇ ਤੇ ਕੰਮ ਬੜਾ ਸੌਖਾ ਹੈ। ਜਿਹੜੀ ਉਹਨਾਂ ਦੀ ਉਦਾਸੀ ਹੋਵੇ, ਉਹਨਾਂ ਦੇ ਘਰ ਰਹਿੰਦੀ ਹੋਵੇ, ਉਹਦੇ ਕੰਮ ਬੜਾ ਸੌਖਾ ਕਰੇਗੀ। ਖੋਜਤ ਰਹੋ ਆਜ ਤੇ ਤੈਸੇ, ਬਾਲਕ ਹਣੇ ਮਿਲੇ ਅਸਬਾਮ। ਔਰ ਪ੍ਰਿਥਿਆ ਕਹਿੰਦਾ ਕਰਮੋਂ ਕੇ ਝੂਰਨ ਦੇ ਨਾਲ, ਰੋਣ ਦੇ ਨਾਲ, ਦੁਖੀ ਹੋਣ ਦੇ ਨਾਲ ਕੁਝ ਨਹੀਂ ਬਣਨਾ। ਬਸ ਅੱਜ ਤੋਂ ਕਿ ਹੁਣ ਤੋਂ ਤੂੰ ਐਵੇਂ ਦੇ ਕੋਈ ਬੀਬੀ ਲੱਭਣੀ ਸ਼ੁਰੂ ਕਰ ਦੇ ਕਿ ਜਿਹੜੀ ਉਸ ਬਾਲਕ ਨੂੰ ਬਿਲਕੁਲ ਖਤਮ ਕਰ ਦੇ। ਸਾਡੇ ਸੀਨਿਆਂ ਵਿੱਚ ਜਿਹੜੀ ਇਹ ਸੂਲ ਖੁੱਬੀ ਹੈ, ਇਹਨੂੰ ਕੱਢਣਾ ਹੈ, ਕਿਸੇ ਵੀ ਢੰਗ ਨਾਲ ਕੱਢੀਏ। ਇਮ ਮਸਲਤ ਕਰ ਹਰਖੇ ਕਰਮੋ, ਕਰਮ ਕਰੂਰ ਮਹਿ ਦੁਰਮਤ ਧਾਰ। ਔਰ ਦੇਖੋ ਜਿਹੜੀ ਮਾੜੀ ਮੱਤ ਵਾਲੇ ਨੇ, ਫਿਰ ਉਹਨਾਂ ਨੂੰ ਮਾੜੇ ਕਰਮ, ਮਾੜੀਆਂ ਗੱਲਾਂ ਕਰ ਕਰਕੇ ਉਹਦੇ ਵਿੱਚੋਂ ਖੁਸ਼ੀ ਬੜੀ ਮਿਲਦੀ ਹੈ ਤੇ ਝੂਠੀ ਜਿਹੀ ਖੁਸ਼ੀ। ਪਰ ਜਿੱਥੇ ਐਵੇਂ ਦੇ ਸੀ ਕਿ ਜਿਵੇਂ ਕਈ ਦਿਨਾਂ ਦੀ, ਕਈ ਮਹੀਨਿਆਂ ਦੀ ਬਿਮਾਰ ਹੋਵੇ, ਸਾਹ ਵੀ ਮਸਾ ਲੈਂਦੀ ਸੀ। ਹੁਣ ਜਦੋਂ ਪ੍ਰਿਥਿਆ ਨੇ ਸਾਰੀ ਗੱਲ ਕਹੀ, ਇੰਨੀ ਖੁਸ਼ ਹੋ ਗਈ ਕਿ ਜਿਵੇਂ ਉਹਨੂੰ ਕੁਛ ਹੈ ਹੀ ਨਹੀਂ, ਸਾਰੇ ਸੁੱਖ ਮਿਲ ਗਏ। ਹੁਣ ਅਚਿਓ ਅਸਨ ਬਿਸਰਾਮੇ ਨਿਸਮੈ, ਚਿਤਮੈ ਚਿਤਵਤ ਅਣਕ ਪ੍ਰਕਾਰ। ਜਿਹੜੇ ਬੀਬੀ ਕਰਮੋਂ ਨੇ ਸਵੇਰ ਤੋਂ ਲੈ ਕੇ ਪਾਣੀ ਵੀ ਨਹੀਂ ਸੀ ਪੀਤਾ ਜਦੋਂ ਤੋਂ ਖਬਰ ਸੁਣੀ। ਹੁਣ ਪ੍ਰਿਥਿਆ ਨੇ ਇਹ ਗੱਲ ਕਹੀ ਕਿ ਅਸੀਂ ਬਾਲਕ ਨੂੰ ਖਤਮ ਹੀ ਕਰ ਦੇਣਾ ਹੈ। ਇੰਨੀ ਖੁਸ਼ ਹੋਈ, ਉਸੇ ਵੇਲੇ ਪ੍ਰਸ਼ਾਦੇ ਵੀ ਮੰਗਾਏ, ਚੰਗਾ ਰੱਜ ਕੇ ਛਕਿਆ ਵੀ। ਰਾਤ ਜਿਹੜੀ ਸੌਂ ਕੇ ਬਤੀਤ ਕੀਤੀ, ਪਰ ਨੀਂਦ ਫਿਰ ਵੀ ਨਹੀਂ ਆਈ। ਰਾਤ ਜਿਹੜੀ ਚਿੰਤਾ ਦੇ ਵਿੱਚ ਸੋਚਦੀ ਰਹੀ ਕਿ ਐਵੇਂ ਦੀ ਬੀਬੀ, ਐਵੇਂ ਦੀ ਕੋਈ ਦਾਸੀ ਕਿਹੜੀ ਮਿਲੇ।
जह कह बुद्ध कीन विस्तारन, खोजत मन कर तैसे नार। कहते सारी रात लम्मे पई भी मन दे विच सोचदी रही, मन नूं हर थां ते लैके जांदी कि फलानी बीबी काम कर सकती है, उत्थे वडाली दे विच कोई होएगी कि उन्हां दे घर विच जिहड़ियां दासियां ने मन करके विचारा करदी सारी रात कि उन्हां विचों कोई इवें दी दासी मिल जाएगी कि जिहड़ी पैसा लैके एक गलत काम करते बालक नूं मार दे। भई प्रभात चिंत गलतानी, प्रिया दासी को निकट हकार। कहते चिंता दे विच इस तरह सोचते हुए सारी रात निकल गई, दिन चढ़िया और कर्मों ने अपनी प्रिया दासी, प्यारी दासी भाव जिहड़ी सब तो नज़दीकी है, वो दासी जिन्हें जाके खबर सुनाई सी माता गंगा जी की दासी कि इन्हां दे घर किहड़ी औलाद होनी है, उन्होंने अपने कोल बुलाया है। मन के बिरथा उचारण की नस, पुर महते त्रिया ऐसी आन। कहते कर्मों ने उस दासी नूं अपने मन की सारी गल दस दी कि यह काम तू कर सकनी है, कि तू उन्हां दे घर ते नहीं जा सकती, पर इवें दी कोई इस्त्री कोई बीबी लभ कि जेड़े गुरु हरगोबिंद साहिब जी दे उस बालक नूं खत्म कर दे। ले कर दरब काम इम ठाने, श्री अर्जन को नंदनहान। वो दासी नूं कर्मों कहंदी इवें दी कोई बीबी जिहड़ा पैसा लैके काम करे कि गुरु श्री अर्जन के नंदन को हान। गुरु अर्जन देव जी के बालक नूं जिहड़ा खत्म करते पैसे तेनों भी देंगी, और इवें दा काम करने वाली नूं पैसे जिन्ने मंगेगी उन्नी देंगी। तिसके नित गुजरान करावें, असन बसन दे सब सुखदान। और कर्मों उस दासी नूं कहंदे इवें दा काम कोई भी कर दवे, सारी जिंदगी का गुजारा उन्दा असीं करावांगे, घर परिवार का खर्चा असीं देंगे, और कला खर्चा ही नहीं, असन बसन दे सब सुखदान। असीं कपड़ा लेड़ा पैसा भी जिन्ना मंगे उन्ना देंगे। हितकार नित खोजत रहो, चितकार एह मेरो लख काज महान। और कर्मों उस दासी नूं कहंदे कि साडा हित जान के जे तैनूं प्यार है ना, इवें दे कोई इस्त्री लभदी रहो, देख इनाम तेनों भी देंगे, पैसे तेनों जिन्ने तू कहे उन्ने देंगे, पर ये मेरा काम तू करना है, साडा जे तेनों प्यार है तो साडे हित लिए काम करना है। इम दासे कर गोप बात को, सणा सणा बूझत बहु नार। हुण कर्मों ने नारे ते दासी नूं सारी गल दस दित्ती, ते नाले कहंदे इम दासी कर गोप बात, इस गल नूं गुप्त रखना है। पर इवें दी गल गुप्त रहिंदी कित्थे है, क्योंकि जे किसी भी बीबी नूं जाके पूछना है ये काम करना है, रुपये पैसे करके करना है, तो गल तो गुप्त ना रही। पर वो दासी हौली हौली जिहड़ा उन्होंने लगता है कि कोई बीबी इवें दा काम कर सकती है, पुछदी है रुपया जिन्ना चाहे उन्ना, बालक नूं मारना है, पर यह सुन के कोई तैयार नहीं होती। इत श्री अर्जन अत उत्साहत, मंगत को दे दरबे अपार। ते दूजे पासे कवि संतोख सिंह जी कहते ने वडाली दे विच धन गुरु अर्जन देव महाराज जी के घर विच बड़ा उत्साह है। मंगतियां दियां मंगण वालियां दी लैना ने, वैसे गुरु दे सी सारे मंगते हैं। धन गुरु तेग बहादुर साहब जी तो कहते ने जगत भिखारी फिरता, सारा जगत ही भिखारी है। देने वाला केवल इको दाता, इको राम गुरु परमेश्वर है। पर उत्थे जिहड़े आम तौर पर हथ अड्ड के मंगते सन, वो मंगण वाले आए ने। सुन सुन दूर दूर ते आवे, ले कर गमने सो जस उचार। ते जिहड़े मंगण वाले ने जदों झोलियां भरदियां ने, अगों होरां नूं जाके दसदे ने, कहते सुन सुन के दूर दूर तो मंगण वाले आए ने कि उत्थों तो जो मंगी उही मिल जाता है।
बड़े भाग जुत सुत शुभ जन्मियो, जह कह जिसते होए जयकार। ते कहते ने वड्डे भागा करके उन्होंने घर वड्डे भागा वाले सपुत्र ने जन्म लिया है कि जह कह जिसते होए जयकार। इस करके जिथे किते धन गुरु अर्जन देव महाराज जी दी और उन्होंने घर जन्म लैन वाले धन गुरु हरगोबिंद साहब जी की जय जयकार हो रही है। इस तरह कवि संतोख सिंह जी लिखते हैं कि इधर उत्सव हो रहा है, उधर प्रीतियां होर तरह की तैयारियां कर रहा है। ये रहिंदा प्रसंग आप कल विचारांगे समय के मुताबिक। इतनी बेनती प्रवान करनी है जी हुई भुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु